मैं गगनदीप सिੱਖੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ। ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ। ਅਤੇ ਇਸ ਤੋਂ ਪਹਿਲਾਂ ਮੈਂ ਇੱਕ ਵੀਡੀਓ ਦਿੱਤੀ ਸੀ ਜੋ ਕਿ ਇੰਡੀਅਨ ਹਿਸਟਰੀ ਦੇ ਸਟੋਨ ਏਜ ਦੀ ਸੀ, ਤਾਂ ਉਸ ਦੇ ਕੁਐਸਚਨ ਬਹੁਤ ਇੰਪੋਰਟੈਂਟ ਹਨ। ਤਾਂ ਦੋਸਤੋ ਨਹੀਂ ਦੇਖੀ ਤਾਂ ਉਸ ਨੂੰ ਜ਼ਰੂਰ ਦੇਖਣਾ। ਅਤੇ ਜੋ ਮੈਂ ਇਹ ਵੀਡੀਓ ਲੈ ਕੇ ਆਇਆ ਹਾਂ, ਇਹ ਵੀਡੀਓ ਹੈ ਰਾਜਨੀਤੀ ਸ਼ਾਸਤਰ ਦੀ। ਰਾਜਨੀਤੀ ਸ਼ਾਸਤਰ ਦੇ ਕੁਐਸਚਨ ਹੀ ਇਸ ਦੇ ਵਿੱਚ ਆਉਣਗੇ ਤੇ ਇਹ ਇੰਪੋਰਟੈਂਟ ਹੈ। ਪੀਐਸ ਟੈਟ, ਸੀ ਟੈਟ, ਜਿੰਨੀਆਂ ਵੀ ਸਟੇਟਸ ਹਨ ਆਪਣੀਆਂ ਸਾਰਿਆਂ ਦਾ ਟੈਟ ਅਤੇ ਮਾਸਟਰ ਕੇਡਰ ਤੇ ਈਟੀਟੀ ਵਾਲਿਆਂ ਦਾ ਮਾਸਟਰ ਕੇਡਰ ਸਾਰਿਆਂ ਦੇ ਲਈ ਇੰਪੋਰਟੈਂਟ। ਅਤੇ ਮੇਨ ਗੱਲ ਕਿ ਕੰਪੀਟੀਸ਼ਨ ਐਗਜ਼ਾਮ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਭਾਵੇਂ IAS ਦਾ, PCS ਦਾ, PPSC ਦਾ, ਕਿਸੇ ਦਾ ਮਰਜ਼ੀ ਪੇਪਰ ਹੋਵੇ ਤਾਂ ਰਾਜਨੀਤੀ ਦੇ ਕੁਐਸਚਨ ਦੇਖਣ ਨੂੰ ਮਿਲਦੇ ਹਨ। ਤਾਂ ਸਪੈਸ਼ਲੀ ਜੇਕਰ ਗੱਲ ਕੀਤੀ ਜਾਵੇ ਤਾਂ PSSB ਕਲਰਕ ਤੇ ਪੰਜਾਬ ਪੁਲਿਸ ਦਾ ਪੇਪਰ ਨੈਕਸਟ ਮੰਥ ਹੋਣਾ ਹੈ, ਤਾਂ ਉਸ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਅਤੇ ਟਾਈਮ ਦੇ ਅਕੋਰਡਿੰਗ ਇਹ ਕੀ ਆ, ਸਾਰੇ ਟਾਈਮ ਆਵੇਗਾ 10 ਸੈਕਿੰਡ ਦਾ ਟਾਈਮ ਚੱਲੇਗਾ, ਨਾਲ 10 ਸੈਕਿੰਡ ਦੇ ਵਿੱਚ ਕੀ ਆ ਤੁਸੀਂ ਆਨਸਰ ਦੇਣਾ ਹੈ 10 ਸੈਕਿੰਡ ਦੇ ਵਿੱਚ। ਤਾਂ ਬਹੁਤ ਵਧੀਆ ਚੀਜ਼ ਹੈ ਇਹ। ਇਸ ਦੇ ਨਾਲ ਕੀ ਹੈ, ਤੁਹਾਨੂੰ ਆਪਦੇ ਬਾਰੇ ਪਤਾ ਲੱਗ ਜਾਵੇਗਾ ਕਿ ਤੁਸੀਂ ਤਿਆਰੀ ਕਿੰਨੀ ਕੁ ਕੀਤੀ ਹੈ। ਜੇਕਰ ਜ਼ਿਆਦਾ ਕੀਤੀ ਹੈ, ਕਿਤੇ ਡੁੱਲ ਤਾਂ ਨਹੀਂ ਗਈ। ਜੇ ਡੁੱਲ ਗਈ ਹੈ ਤਾਂ ਉਸ ਨੂੰ ਦੁਬਾਰਾ ਫਿਰ ਅਸੀਂ ਕਰਗੇ ਤਾਂ ਕਰ ਨਹੀਂ ਪਾਉਂਦੇ, ਕਿਉਂਕਿ ਪੇਪਰ ਦੇ ਵਿੱਚ ਇਸੇ ਤਰ੍ਹਾਂ ਹੁੰਦਾ ਹੈ, ਟਾਈਮ ਪ੍ਰੈਸ਼ਰ ਹੈ ਜੋ ਮਸਟ ਹੈ। ਤਾਂ ਦੋਸਤੋ ਚੱਲਦੇ ਹਾਂ ਆਪਾਂ ਪਹਿਲੇ ਕੁਐਸਚਨ ਵੱਲ, ਜੋ ਕਿ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਤੇ ਇੰਪੋਰਟੈਂਟ ਹੈ ਤਾਂ ਤੁਹਾਨੂੰ ਦੇਖ ਕੇ ਪਤਾ ਲੱਗ ਜਾਵੇਗਾ। ਤਾਂ ਪਹਿਲਾ ਕੁਐਸਚਨ ਕਹਿੰਦਾ ਹੈ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਭਾਰਤ ਰਤਨ ਮਿਲਿਆ। ਤਾਂ ਟਾਈਮ ਸਟਾਰਟ ਹੁੰਦਾ ਹੈ ਜੀ। ਤਾਂ ਇਸ ਦਾ ਰਾਈਟ ਆਨਸਰ ਹੈ ਜ਼ਾਕਿਰ ਹੁਸੈਨ ਜੀ ਨੂੰ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਭਾਰਤ ਰਤਨ ਮਿਲਿਆ। ਤਾਂ ਇਹ ਯਾਦ ਰੱਖਣਾ, ਬਹੁਤ ਇੰਪੋਰਟੈਂਟ ਕੁਐਸਚਨ ਹੈ ਦੋਸਤੋ। ਤਾਂ ਆਪਾਂ ਨੈਕਸਟ ਕੁਐਸਚਨ ਵੱਲ ਚੱਲੀਏ। ਤਾਂ ਅਗਲਾ ਕੁਐਸਚਨ ਕਹਿੰਦਾ ਹੈ ਕਿ ਰਾਸ਼ਟਰਪਤੀ ਪਦ ਦੀ ਚੋਣ ਲੜਨ ਲਈ ਵੱਧ ਤੋਂ ਵੱਧ ਉਮਰ ਕਿੰਨੀ ਹੋਣੀ ਚਾਹੀਦੀ ਹੈ। ਹਾਂਜੀ, ਰਾਸ਼ਟਰਪਤੀ ਦਾ ਕੁਐਸਚਨ ਪੜ੍ਹਨਾ ਹੈ ਤੁਸੀਂ। ਇੱਥੇ ਲਿਖਿਆ ਹੈ ਵੱਧ ਤੋਂ ਵੱਧ ਉਮਰ ਕਿੰਨੀ ਹੋਣੀ ਚਾਹੀਦੀ ਹੈ। ਤਾਂ ਕਿੰਨੀ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ, ਮਤਲਬ ਕੀ ਹੈ, ਘੱਟ ਤੋਂ ਘੱਟ ਸਾਨੂੰ ਪਤਾ ਹੈ ਕਿ 35 ਸਾਲ ਇਸ ਦੀ ਕੀ ਹੈ ਉਮਰ ਸੀਮਾ ਹੈ। ਤਾਂ ਇਹ ਕੀ ਹੈ, ਘੱਟੋ ਘੱਟ ਹੈ। ਤਾਂ ਯਾਦ ਰੱਖਣਾ ਹੈ ਘੱਟੋ ਘੱਟ ਕੀ ਹੈ ਉਮਰ ਸੀਮਾ ਹੈ। ਤਾਂ ਇਹ ਘੱਟੋ ਘੱਟ ਹੈ, ਵੱਧ ਤੋਂ ਵੱਧ ਇਸ ਦੀ ਕੋਈ ਸੀਮਾ ਨਹੀਂ ਹੈ, ਭਾਵੇਂ ਉਹ 200 ਸਾਲ ਦਾ, 300 ਸਾਲ ਦਾ, ETC ਜਿੰਨੇ ਦਾ ਮਰਜ਼ੀ ਹੋਵੇ, ਤਾਂ ਕੋਈ ਵੀ ਸੀਮਾ ਨਿਰਧਾਰਿਤ ਨਹੀਂ ਹੈ। ਤਾਂ ਦੋਸਤੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਸੀ। ਤਾਂ ਚੱਲਦੇ ਹਾਂ ਆਪਾਂ ਅਗਲੇ ਕੁਐਸਚਨ ਵੱਲ। ਇਸ ਲਈ ਇਹ ਇੰਪੋਰਟੈਂਟ ਹੈ ਕਿਉਂਕਿ ਪੇਪਰ ਦੇ ਵਿੱਚ ਜਦੋਂ ਤੁਸੀਂ ਕੀ ਹੈ ਕੁਐਸਚਨ ਨੂੰ ਸੋਲਵ ਕਰੋਗੇ ਤਾਂ ਇਸ ਤਰ੍ਹਾਂ ਦੀਆਂ ਆਪਸ਼ਨਾਂ ਆਉਣਗੀਆਂ ਤੇ ਉਲਝ ਜਾਓਗੇ। ਤਾਂ ਅਗਲਾ ਕੁਐਸਚਨ ਕਹਿੰਦਾ ਹੈ ਦੋਸਤੋ, ਜੇਕਰ ਰਾਸ਼ਟਰਪਤੀ ਦਾ ਪਦ ਖਾਲੀ ਪਿਆ ਹੈ ਤਾਂ ਇਸ ਨੂੰ ਕਿੰਨੇ ਸਮੇਂ ਦੇ ਅੰਦਰ ਅੰਦਰ ਭਰਨਾ ਜ਼ਰੂਰੀ ਹੈ। ਹਾਂਜੀ ਦੇਖੋ, ਜੇਕਰ ਰਾਸ਼ਟਰਪਤੀ ਦਾ ਪਦ ਖਾਲੀ ਪਿਆ ਹੈ, ਮਤਲਬ ਕੀ ਹੈ, ਜੇਕਰ ਉਹ ਬਿਮਾਰ ਹੋ ਗਿਆ ਹੈ, ਛੁੱਟੀ 'ਤੇ ਗਿਆ ਹੈ, ਉਸਦੀ ਡੈਥ ਹੋ ਗਈ ਹੈ, ਤਾਂ ਪਦ ਕੀ ਹੋ ਜਾਂਦਾ ਹੈ, ਖਾਲੀ ਹੋ ਜਾਂਦਾ ਹੈ। ਤਾਂ ਉਦੋਂ ਕੀ ਹੈ 6 ਮਹੀਨਿਆਂ ਦੇ ਵਿੱਚ ਕੀ ਹੈ ਭਰਨਾ ਚਾਹੀਦਾ ਹੈ, ਭਾਵੇਂ ਕੋਈ ਹੋਵੇ। ਤਾਂ ਇਹ ਤਾਂ ਸੀ ਇੱਕ ਪਾਸੇ ਦਾ ਕੁਝ। ਦੂਸਰੇ ਪਾਸੇ ਹੈ ਜੇਕਰ ਰਾਸ਼ਟਰਪਤੀ ਨਾ ਹੋਵੇ, ਜੇਕਰ ਕੀ ਹੈ ਪ੍ਰੈਜ਼ੀਡੈਂਟ ਕੀ ਹੈ ਉੱਥੇ ਨਾ ਹੋਵੇ, ਤਾਂ ਉਸਦੇ ਥੱਲੇ ਕੀ ਹੈ ਉਪ ਰਾਸ਼ਟਰਪਤੀ ਆ ਸਕਦਾ ਹੈ, ਜੋ ਕਿ ਉਪ ਰਾਸ਼ਟਰਪਤੀ ਸੀਮਾ ਨਿਰਧਾਰਿਤ ਕੀ ਹੈ 6 ਮਹੀਨੇ। ਉਪ ਰਾਸ਼ਟਰਪਤੀ ਤੋਂ ਬਾਅਦ ਹੈ ਜੋ ਗੱਲ ਕਰੀਏ ਤਾਂ ਆਉਂਦੀ ਹੈ ਸੁਪਰੀਮ ਕੋਰਟ ਦੇ ਜੱਜ ਦੀ, ਮਤਲਬ ਕੀ ਹੈ ਸੁਪਰੀਮ ਕੋਰਟ ਦਾ ਜੱਜ ਆ ਗਿਆ। ਉਸ ਤੋਂ ਥੱਲੇ ਦੇਖਿਆ ਜਾਵੇ ਤਾਂ ਸੀਨੀਅਰ ਮੋਸਟ ਜੱਜ ਹੁੰਦਾ ਹੈ ਜੋ ਸੁਪਰੀਮ ਕੋਰਟ ਦਾ, ਉਹ ਆ ਸਕਦਾ ਹੈ, ਮਤਲਬ ਕੀ ਆ ਗਿਆ ਸੀਨੀਅਰ ਮੋਸਟ ਜੱਜ ਹੈ। ਤਾਂ ਇਹ ਯਾਦ ਰੱਖਣਾ ਤੇ ਅਵਧੀ ਕੀ ਹੈ 6 ਮਹੀਨਿਆਂ ਦੀ ਹੋਣੀ ਜ਼ਰੂਰੀ ਹੈ ਦੋਸਤੋ। ਤਾਂ ਇਸ ਤੋਂ ਅੱਗੇ ਚੱਲਿਆ ਜਾਵੇ ਤਾਂ ਅਗਲਾ ਕੁਐਸਚਨ ਕਹਿੰਦਾ ਹੈ ਕਿ ਰਾਸ਼ਟਰਪਤੀ ਦੀ ਸੇਵਾ ਮੁਕਤ ਹੋਣ ਦੀ ਉਮਰ ਕਿੰਨੀ ਹੈ। ਬਹੁਤ ਇੰਪੋਰਟੈਂਟ ਕੁਐਸਚਨ ਹੈ।
हाँ जी, राष्ट्रपति की सेवा मुक्त होने की उम्र किते भी नहीं लिखी गई, तो याद रखना है 5 साल की है। कार्यकाल जरूर क्या है इसका 5 साल, तो याद रखना है 5 ईयर की है इसका टेन्यूअर है। 5 साल की है इसका की है कार्यकाल है, ये याद रखना है। बट जेकर असीं गल की जाए कि उसकी उम्र की, तो इसकी कोई भी सीमा निर्धारित नहीं की है, तो यह आंसर लाना है। उत्थे एवं नहीं ला देना आपदे वल्लों 70 साल 75 साल 80 साल। तो ये सी चौथा क्वेश्चन। नैक्सट क्वेश्चन की गल करिए तो अगला क्वेश्चन कहता है कि लड़ाई की घोषणा करना जां शांति स्थापित करने का कानूनी अधिकार किसनूं प्राप्त है? हाँ जी, कदे भी जो लड़ाई की घोषणा होंदी है तो राष्ट्रपति सलाह लैंदा है प्रधानमंत्री की। बट की है जो की है शांति स्थापित करने का कानूनी अधिकार है जो की है राष्ट्रपति का हुंदा है। ये बहुत बार क्वेश्चन आया है, तो इग्नोर नहीं करना। सौखा देख के इसकी उम्र सीमा की है निर्धारित नहीं होंदी। घट्टो घट्ट उम्र कितनी होंदी है 35 साल होंदी है, याद रखना है। तो की है रिटायरमेंट की उम्र कोई नहीं होंदी। 5 साल बाद की है वोटां पैंदियां हन, तो 6 महीनों की अवधि विच की है जेकर कोई टैंपरेरी बनया है, उप राष्ट्रपति बनया है, सुप्रीम कोर्ट का चीफ जस्टिस ऑफ इंडिया बनया है, जां कि सीनियर मोस्ट जज बनया है, तो वो 6 महीनों तक रह सकते हैं। तो दोस्तों इसका आंसर की आ गया राष्ट्रपति आ गया। राष्ट्रपति लड़ाई की घोषणा करना या स्थापित करने का कानूनी अधिकार रखता है। उस तो अगे गल की जाए तो कहता है संकट काल की घोषणा करन दी अंतिम शक्ति किसनूं प्राप्त है? तो हाँ जी, इसका आंसर है राष्ट्रपति, क्योंकि आप ऊपर भी पढ़िया है राष्ट्रपति की है जो मेन पावर है। राष्ट्रपति संकट काल की घोषणा करने की अंतिम शक्ति किसनूं प्राप्त है? राष्ट्रपति नूं। तो तुहानूं मैं दस देवां कि आर्टिकल जो 19 है, आर्टिकल 19 है, ये की है सस्पेंड नहीं हुंदा। सस्पेंड की है नहीं किया जाता। सस्पेंड आटोमैटिक की हो जाता है, यह सस्पेंड हो जाता है। अते जो की है 20 ते 21 आर्टिकल हैं, इन्हां नूं की है सस्पेंड नहीं किया जाता। तो 20 ते 21 की है उस तरह रहते हैं। बड़ी बार क्वेश्चन आया है, तो संकट काल की घोषणा वेले 20 ते 21 आर्टिकल हैं जो रहते हैं, बाकी सारे की है चक्के हैं। बट जेकर राष्ट्रपति चाहे, बट जोड़ा 19 है 19 आर्टिकल वो आटोमैटिक ही सस्पेंड हो जाता है, क्योंकि इस विच बोलण का अधिकार है। तो संकट काल की घोषणा जो हो जाती है कोई भी बोल नहीं सकता, धारा 144 लग जाती है। तो कि आर्टिकल 19 दे विच की है ये सारा कुछ आता है। तो अगे चल गए, अगला क्वेश्चन कहता है कि राष्ट्रपति द्वारा राज सभा लिए अजिहे किन्ने मैंबर जिन्हों ने कला ਸਾਹਿਤ ਅਤੇ समाज सेवा विच प्रसिद्धि हासिल की होवे नामजद किए जाते हैं? बहुत इंपॉर्टेंट क्वेश्चन है। हाँ जी, तो इसका आंसर है जो की है 12 की है इसका आंसर है। राज सभा दे विच राज सभा के टोटल किन्ने हुंदे हन? 245 मैंबर हैं, याद रखना 245 है। तो इन्हां दे विचों जो 12 है उन्होंने नामजद कौन करता है? राष्ट्रपति द्वारा की है यह नामजद किया जाता है 12 जणिਆਂ ਨੂੰ। तो याद रखना है। हुण क्वेश्चन आ जाता है जिस तरह कि इत्थे दा क्वेश्चन जी पिया है कला ਸਾਹਿਤ समाज सेवा, तो इन्हां ਨੂੰ किस तरह याद किया जाए? तो दोस्तों एक चीज़ याद रखो, ट्रिक याद रखो, क्लास CLASS इसनूं याद रखो। तो ये की एक ट्रिक है, क्लास राज सभा दे विच सी नूं तुसीं की करना है साइलेंट रखना है। एल का मतलब की आ गया लिटरेचर आ गया, ए का मतलब की आ गया आर्ट आ गया, एस का मतलब सोशल आ गया, सर्विस ते की आ गया साइंस आ गया। साइंस दे विचों भी की है ले जाते हैं।
ਤਾਂ ਇਸ ਤਰ੍ਹਾਂ ਯਾਦ ਕਰਨਾ ਹੈ 12 ਜਾਣਿਆਂ ਨੂੰ ਕਿਹੜੇ ਕਿਹੜੇ ਕੀ ਹੈ ਕਿੱਥੋਂ ਕਿੱਥੋਂ ਇਹਨਾਂ ਨੂੰ ਲਿਆ ਜਾਂਦਾ ਹੈ। 12 ਜਣਿਆਂ ਨੂੰ ਨਾਮਜ਼ਦ ਰਾਸ਼ਟਰਪਤੀ ਕਰਦਾ ਹੈ। ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। ਅੱਗੇ ਗੱਲ ਕੀਤੀ ਜਾਵੇ, ਅਗਲਾ ਕੁਐਸਚਨ ਕਹਿੰਦਾ ਹੈ ਸੰਵਿਧਾਨ ਦੁਆਰਾ ਕਿੰਨੀਆਂ ਕਿਸਮਾਂ ਦੇ ਸੰਕਟ ਕਾਲ ਦਾ ਪ੍ਰਾਵਧਾਨ ਹੈ। ਤਾਂ ਇਸ ਦਾ ਆਨਸਰ ਹੈ ਤਿੰਨ ਤਰ੍ਹਾਂ ਦਾ ਕੀ ਹੈ ਸੰਵਿਧਾਨ ਦੁਆਰਾ ਕਿਸਮਾਂ ਹਨ ਸੰਕਟ ਕਾਲ ਦੀਆਂ। ਤਾਂ ਸੰਕਟ ਕਾਲ ਦੀ ਗੱਲ ਕੀਤੀ ਜਾਵੇ ਕਿਉਂਕਿ 3 ਹਨ, ਤਾਂ ਤਿੰਨਾਂ ਦੇ ਵਿੱਚੋਂ ਕੀ ਹੈ, ਇੱਕ ਤਾਂ ਆ ਗਿਆ ਨੈਸ਼ਨਲ ਐਮਰਜੈਂਸੀ, ਦੂਜਾ ਆ ਗਿਆ ਜਿਸ ਨੂੰ ਅਸੀਂ ਕੀ ਹੈ ਪ੍ਰੈਜ਼ੀਡੈਂਟੀ ਰੂਲ ਵੀ ਕਹਿ ਦਿੰਦੇ ਹਾਂ, ਪ੍ਰੈਜ਼ੀਡੈਂਟ ਰੂਲ ਵੀ ਕਹਿ ਦਿੰਦੇ ਹਾਂ, ਅਤੇ ਤੀਜਾ ਆ ਗਿਆ ਫਾਈਨੈਂਸ਼ੀਅਲ ਐਮਰਜੈਂਸੀ, ਮਤਲਬ ਕੀ ਹੈ ਵਿੱਤੀ ਸੰਕਟ ਆ ਗਿਆ। ਜਿਸ ਦੇ ਵਿੱਚੋਂ ਜੋ ਇਹ ਹੈ ਨੈਸ਼ਨਲ ਐਮਰਜੈਂਸੀ ਹੈ ਉਹ 3 ਵਾਰ ਲੱਗ ਚੁੱਕੀ ਹੈ। ਫਾਈਨੈਂਸ਼ੀਅਲ ਐਮਰਜੈਂਸੀ ਹਜੇ 1 ਵਾਰ ਵੀ ਨਹੀਂ ਲੱਗੀ, ਮਤਲਬ ਕੀ ਹੈ 0 ਵਾਰ ਲੱਗੀ ਹੈ, ਬੜੀ ਵਾਰ ਕੁਐਸਚਨ ਆਇਆ ਹੈ। ਅਤੇ ਪ੍ਰੈਜ਼ੀਡੈਂਟ ਰੂਲ ਕੀ ਹੈ ਜੇਕਰ ਵੱਧ ਸਮਾਂ ਗਿਆ ਜਾਵੇ ਤਾਂ ਪੰਜਾਬ ਦੇ ਵਿੱਚ ਲੱਗਿਆ ਹੈ, ਜੇਕਰ ਕੀ ਹੈ ਵੱਧ ਵਾਰ ਲੱਗੀ ਹੈ ਤਾਂ ਯੂਪੀ ਦੇ ਵਿੱਚ ਲੱਗੀ ਹੈ। ਇਹ ਯਾਦ ਰੱਖਣਾ ਹੈ ਤੁਸੀਂ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਤਾਂ ਚੱਲਦੇ ਹਾਂ ਆਪਾਂ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਕਹਿੰਦਾ ਹੈ ਰਾਸ਼ਟਰਪਤੀ ਰਾਸ਼ਟਰੀ ਸੰਕਟ ਕਾਲ ਦੀ ਘੋਸ਼ਣਾ ਕਰ ਸਕਦਾ ਹੈ। ਹਾਂਜੀ, ਤਾਂ ਇੱਥੇ ਆਨਸਰ ਕੀ ਹੈ, ਜੇਕਰ ਵਿਦੇਸ਼ੀ ਹਮਲੇ ਦੀ ਸੂਰਤ ਵਿੱਚ ਕਿਹਾ ਜਾਵੇ, ਮਤਲਬ ਕੀ ਹੈ ਵਿਦੇਸ਼ੀ ਹਮਲੇ ਦੀ ਸੂਰਤ ਵਿੱਚ, ਹਥਿਆਰਬੰਦ ਵਿਦਰੋਹ ਦੀ ਸੂਰਤ ਵਿੱਚ, ਦੋਨੋਂ ਜਾਂ ਉਪਰੋਕਤ ਕਿਸੇ ਵੀ ਹਾਲਤ ਵਿੱਚ ਨਹੀਂ, ਤਾਂ ਇਸ ਦਾ ਆਨਸਰ ਕੀ ਆਵੇਗਾ, ਦੋਨੋਂ ਆ ਜਾਵੇਗਾ। ਕਿਉਂਕਿ ਇੱਥੇ ਓਨਲੀ ਗੱਲ ਕੀਤੀ ਹੈ ਰਾਸ਼ਟਰੀ ਐਮਰਜੈਂਸੀ ਦੀ, ਰਾਸ਼ਟਰੀ ਸੰਕਟ ਕਾਲ ਦੀ। ਆਰਟੀਕਲ 300 'ਤੇ ਕੀ ਹੈ 62 ਹੁੰਦਾ ਹੈ, 360 352 ਹੁੰਦਾ ਹੈ ਇਸ ਦਾ ਆਰਟੀਕਲ, ਯਾਦ ਰੱਖਣਾ 352 356 ਕੀ ਹੋ ਗਿਆ ਜੋ ਪ੍ਰੈਜ਼ੀਡੈਂਟ ਰੂਲ ਹੁੰਦਾ ਹੈ, ਅਤੇ 360 ਦੀ ਗੱਲ ਕਰੀਏ ਤਾਂ ਕੀ ਆ ਜਾਂਦਾ ਹੈ ਵਿੱਤੀ ਸੰਕਟ ਆ ਜਾਂਦਾ ਹੈ। ਤਾਂ ਇਹ ਯਾਦ ਰੱਖਣੀਆਂ ਹਨ 52 56 ਅਤੇ 60 3 ਯਾਦ ਰੱਖਣੇ ਹਨ, ਤਾਂ ਇੰਪੋਰਟੈਂਟ ਹੈ। ਹੁਣ 52 ਦੇ ਵਿੱਚ 3 ਤਰ੍ਹਾਂ ਦਾ ਹੁੰਦਾ ਹੈ, ਮਤਲਬ ਕੀ ਹੈ ਇੱਕ ਬਾਹਰੀ ਹਲਚਲ ਹੋ ਰਹੀ ਹੋਵੇ, ਇੱਕ ਅੰਦਰੂਨੀ ਹਲਚਲ ਹੋਵੇ, 2 ਤਰ੍ਹਾਂ ਦੇ। ਅਤੇ ਜਿਹੜਾ ਹੈ ਇੱਕ ਬਚ ਗਿਆ ਉਹ ਕੀ ਹੈ ਜੋ ਇਹਨਾਂ ਨੇ ਲਿਖਿਆ ਵੀ ਹੈ ਹਥਿਆਰਬੰਦ ਵਿਦਰੋਹ, ਮਤਲਬ ਕਿ ਅੰਦਰੂਨੀ ਹਲਚਲ, ਬਾਹਰੀ ਹਲਚਲ, ਅਤੇ ਇੱਕ ਕੀ ਹੋ ਗਿਆ ਯੁੱਧ ਹੋ ਗਿਆ, ਮਤਲਬ ਕੀ ਆ ਹਲਚਲ ਨਹੀਂ ਹੋਈ ਇੱਥੇ ਯੁੱਧ ਲੱਗ ਗਿਆ। ਤਾਂ ਇੱਕ ਵਾਰ, ਮਤਲਬ ਕੀ ਆ ਵਾਰ ਹੋ ਗਿਆ, ਐਕਸਟਰਨਲ ਡਿਸਟਰਬੈਂਸ, ਇੰਟਰਨਲ ਡਿਸਟਰਬੈਂਸ, ਉਸ ਨੂੰ ਕੀ ਹੈ ਹੁਣ ਆਰਮਡ ਰਿਬੈਲੀਅਨ ਵੀ ਕਿਹਾ ਜਾਂਦਾ ਹੈ। ਤਾਂ ਹਥਿਆਰਬੰਦ ਵਿਦਰੋਹ ਹੈ ਜੋ ਕਿ ਇਹ 44ਵੀਂ ਅਮੈਂਡਮੈਂਟ ਦੇ ਵਿੱਚ ਕੀ ਹੈ ਨਾਮ ਦਿੱਤਾ ਗਿਆ ਹੈ, ਜੋ 1978 ਦੇ ਵਿੱਚ ਹੋਈ। ਯਾਦ ਰੱਖਣਾ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਤਾਂ 44ਵੀਂ ਤੁਹਾਨੂੰ ਮੈਂ ਯਾਦ ਕਰਨ ਦੀ ਇੱਕ ਟ੍ਰਿਕ ਦੱਸੀ ਹੈ, 4 ਤੇ 4 8 ਹੁੰਦੇ ਹਨ, ਤਾਂ ਮਗਰਲੇ ਪਾਸੇ ਕੀ 8 ਆ ਰਿਹਾ ਹੈ। ਤਾਂ ਆਪਾਂ ਮੂਵ ਕਰਦੇ ਹਾਂ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਕਹਿੰਦਾ ਹੈ ਹੁਣ ਤੱਕ ਰਾਸ਼ਟਰਪਤੀ ਕਿੰਨੀ ਵਾਰੀ ਰਾਸ਼ਟਰੀ ਸੰਕਟ ਕਾਲ ਘੋਸ਼ਿਤ ਕਰ ਚੁੱਕਾ ਹੈ। ਤਾਂ ਇਸ ਦਾ ਆਨਸਰ ਜੋ ਆਵੇਗਾ ਉਹ 3 ਵਾਰੀ ਕੀ ਹੈ ਸੰਕਟ ਕਾਲ ਘੋਸ਼ਿਤ ਕਰ ਚੁੱਕਾ ਹੈ। 3 ਵਾਰੀ ਕਿਹੜੇ ਕਿਹੜੇ ਤੁਸੀਂ ਗੂਗਲ ਦੇ ਵਿੱਚ ਸਰਚ ਮਾਰ ਕੇ ਦੇਖ ਲੈਣਾ। ਨੈਕਸਟ ਕੁਐਸਚਨ ਕਹਿੰਦਾ ਹੈ ਕੇਂਦਰ ਸਰਕਾਰ ਸੰਕਟ ਕਾਲੀਨ ਸਮੇਂ ਹੇਠ ਲਿਖੀਆਂ ਵਿੱਚੋਂ ਕਿਸ ਅਨੁਸਾਰ ਸ਼ਾਸਨ ਕਰ ਸਕਦੀ ਹੈ। ਤਾਂ ਬਹੁਤ ਹੀ ਵਧੀਆ ਕੁਐਸਚਨ ਹੈ। ਤਾਂ ਦੇਖੋ ਇੱਥੇ ਇਹਨਾਂ ਨੇ ਲਿਖਿਆ ਹੈ ਕਿ ਕਿਸ ਅਨੁਸਾਰ ਸ਼ਾਸਨ ਕਰ ਸਕਦੀ ਹੈ। ਐਮਰਜੈਂਸੀ ਕੌਣ ਲਗਾਉਂਦਾ ਹੈ, ਰਾਸ਼ਟਰਪਤੀ। ਤਾਂ ਰਾਸ਼ਟਰਪਤੀ ਦੇ ਅਕੋਰਡਿੰਗ ਇਹ ਕੀ ਹੈ ਕੇਂਦਰ ਸਰਕਾਰ ਸੰਕਟਕਾਲੀਨ ਸਮੇਂ ਕੀ ਹੈ ਸ਼ਾਸਨ ਕਰ ਸਕਦੀ ਹੈ। ਤਾਂ ਇੰਪੋਰਟੈਂਟ ਕੁਐਸਚਨ ਸੀ ਇਹ। ਉਸ ਤੋਂ ਅੱਗੇ ਗੱਲ ਕੀਤੀ ਜਾਵੇ ਤਾਂ ਅਗਲਾ ਕੁਐਸਚਨ ਕਹਿੰਦਾ ਹੈ ਮੰਤਰੀ ਪਰਿਸ਼ਦ ਦੇ ਮੈਂਬਰ ਰਾਸ਼ਟਰਪਤੀ ਦੁਆਰਾ ਮੁਅੱਤਲ ਕੀਤੇ ਜਾਂਦੇ ਹਨ ਜਾਂ ਜਾ ਸਕਦੇ ਹਨ।
ਤਾਂ ਇਸ ਦਾ ਆਨਸਰ ਹੈ, ਹੁਣ ਦੇਖੋ, ਮੰਤਰੀ ਪ੍ਰੀਸ਼ਦ ਦੇ ਮੈਂਬਰ ਰਾਸ਼ਟਰਪਤੀ ਦੁਆਰਾ ਮੁਅੱਤਲ ਕੀਤੇ ਜਾ ਸਕਦੇ ਹਨ। ਰਾਸ਼ਟਰਪਤੀ ਕੀ ਹੈ? ਨਾ ਮਾਤਰ ਨੇਤਾ ਹੈ, ਯਾਦ ਰੱਖਣਾ ਹੈ, ਨਾ ਮਾਤਰ ਨੇਤਾ ਹੋਣ ਦੇ ਲਈ ਕੀ ਹੈ, ਇਹ ਕਿਸ ਦੀ ਸਲਾਹ ਤਾਂ ਮੰਨੂਗਾ, ਤੇ ਉਹ ਪ੍ਰਧਾਨ ਮੰਤਰੀ ਦੀ ਸਲਾਹ ਲੈਂਦਾ ਹੈ। ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਤੇ ਕੀ ਹੈ, ਮੰਤਰੀ ਪ੍ਰੀਸ਼ਦ ਦੇ ਮੈਂਬਰ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ। ਉਸ ਤੋਂ ਪਹਿਲਾਂ ਪੁੱਛੇਗਾ ਤਾਂ ਇਹ ਯਾਦ ਰੱਖਣਾ ਹੈ, ਨਾ ਮਾਤਰ ਨੇਤਾ ਹੈ, ਤਾਂ ਰਾਸ਼ਟਰਪਤੀ ਦੀ ਗੱਲ ਹੋਈ ਹੈ। ਉਸ ਤੋਂ ਅੱਗੇ ਚੱਲੀਏ ਤਾਂ ਅਗਲਾ ਕੁਐਸਚਨ ਕਹਿੰਦਾ ਹੈ ਕਿ ਜਦੋਂ ਕਿਸੇ ਮੰਤਰੀ ਵਿਰੁੱਧ ਅਵਿਸ਼ਵਾਸ ਦਾ ਮਤਾ ਪਾਸ ਹੁੰਦਾ ਹੈ ਤਾਂ ਇਸ ਦਾ ਆਨਸਰ ਆਵੇਗਾ ਕਿ ਸਾਰੀ ਮੰਤਰੀ ਪ੍ਰੀਸ਼ਦ ਨੂੰ ਤਿਆਗ ਪੱਤਰ ਦੇਣਾ ਪੈਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਦੂਜੇ ਮੰਤਰੀਆਂ ਨੂੰ ਇਸ ਬਾਰੇ ਪਤਾ ਹੋਵੇਗਾ ਕਿ ਕਿਸੇ ਮੰਤਰੀ ਵਿਰੁੱਧ ਅਵਿਸ਼ਵਾਸ, ਜੇਕਰ ਇੱਕ ਮੰਤਰੀ ਵਿਰੁੱਧ ਕੀ ਅਵਿਸ਼ਵਾਸ ਮਤਾ ਪੈ ਗਿਆ ਤਾਂ ਸਾਰੀ ਸਰਕਾਰ ਨੂੰ ਪਤਾ ਹੋਵੇਗਾ। ਮਤਲਬ ਕੀ ਹੈ, ਸਾਰੀ ਸਰਕਾਰ ਕਸੂਰਵਾਰ ਹੋਵੇਗੀ। ਇਸ ਕਰਕੇ ਕੀ ਹੈ, ਮੰਤਰੀ ਪ੍ਰੀਸ਼ਦ ਨੂੰ ਤਿਆਗ ਪੱਤਰ ਦੇਣਾ ਪੈਂਦਾ ਹੈ। ਇਸ ਦਾ ਆਨਸਰ ਕੀ ਹੈ? ਬਿਲਕੁਲ ਰਾਈਟ ਇਹ ਹੈ। ਮੰਤਰੀ ਪ੍ਰੀਸ਼ਦ ਸਾਂਝੇ ਤੌਰ ਤੇ ਸੰਸਦ ਪ੍ਰਤੀ ਜ਼ਿੰਮੇਵਾਰ ਹੈ। ਸੁਤੰਤਰ ਮੰਤਰੀ ਡੈਸ਼ ਪ੍ਰਤੀ ਜ਼ਿੰਮੇਵਾਰ ਹਨ। ਬਹੁਤ ਵਧੀਆ ਕੁਐਸਚਨ ਹੈ ਜੀ ਇਹ ਪੇਪਰ 'ਚ ਆਉਂਦਾ ਹੈ। ਦੇਖੋ, ਮੰਤਰੀ ਪ੍ਰੀਸ਼ਦ ਹੈ ਜੋ ਇਹ ਕੀ ਹੈ, ਸਾਂਝੇ ਤੌਰ ਤੇ, ਤਾਂ ਕੀ ਹੈ, ਕਲੈਕਟਿਵਲੀ ਕੀ ਹੈ, ਰਿਸਪੌਂਸੀਬਲ ਹੈ ਪਾਰਲੀਮੈਂਟ ਤੇ ਸੰਸਦ ਦੇ। ਮਤਲਬ ਕਿ ਜਦੋਂ ਸਰਕਾਰ ਡਿੱਗਦੀ ਹੈ ਤਾਂ ਸਾਰੇ ਦੇ ਸਾਰੇ ਮੰਤਰੀ ਕੀ ਹੈ, ਹੱਥ ਧੋ ਬਹਿੰਦੇ ਹਨ। ਤਾਂ ਸਾਂਝੇ ਤੌਰ ਤੇ ਤਾਂ ਸੰਸਦ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ। ਜਦੋਂ ਸੁਤੰਤਰ ਮੰਤਰੀ ਦੀ ਗੱਲ ਆ ਜਾਂਦੀ ਹੈ ਤਾਂ ਕੱਲਾ ਮੰਤਰੀ ਕਿਸ ਦੇ ਪ੍ਰਤੀ ਉੱਤਰਦਾਈ ਹੁੰਦਾ ਹੈ? ਰਾਸ਼ਟਰਪਤੀ, ਕਿਉਂਕਿ ਰਾਸ਼ਟਰਪਤੀ ਇੱਕ ਇੱਕ ਕਰਕੇ ਕਿਸੇ ਨੂੰ ਹਟਾ ਸਕਦਾ ਹੈ। ਤਾਂ ਕੀ ਹੈ, ਸੁਤੰਤਰ ਮੰਤਰੀ ਰਾਸ਼ਟਰਪਤੀ ਪ੍ਰਤੀ ਜ਼ਿੰਮੇਵਾਰ ਹਨ। ਤਾਂ ਇਹ ਯਾਦ ਰੱਖਣਾ ਹੈ। ਅਗਲਾ ਕਹਿੰਦਾ ਹੈ ਕਿ ਪ੍ਰਧਾਨ ਮੰਤਰੀ ਕੀ ਹੈ? ਤਾਂ ਪ੍ਰਧਾਨ ਮੰਤਰੀ ਕੀ ਹੈ? ਤਾਂ ਦੇਖੋ, ਇੱਥੇ ਪ੍ਰਧਾਨ ਮੰਤਰੀ ਦੀ ਗੱਲ ਹੋਈ ਹੈ ਤਾਂ ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਤਾਂ ਲਾ ਲਈਏ ਸਰਕਾਰ ਦਾ ਕੀ ਹੈ, ਮੁਖੀਆ ਹੁੰਦਾ ਹੈ। ਰਾਜ ਅਤੇ ਸਰਕਾਰ ਦਾ ਮੁਖੀਆ ਨਹੀਂ ਹੁੰਦਾ। ਰਾਜਾਂ ਦੇ ਵਿੱਚ ਮੁੱਖ ਮੰਤਰੀ ਹੁੰਦੇ ਹਨ, ਬਟ ਸਰਕਾਰ ਦਾ ਮੁਖੀਆ ਹੁੰਦਾ ਹੈ। ਜੇਕਰ ਉੱਥੇ ਆ ਜਾਵੇ ਹੈੱਡ ਆਫ ਹਾਊਸ ਤਾਂ ਲਾਉਣਾ ਹੈ ਤੁਸੀਂ ਸਪੀਕਰ। ਤਾਂ ਬੜੀ ਵਾਰ ਕੁਐਸਚਨ ਆਇਆ ਇਹ, ਸਪੀਕਰ ਲਾਉਣਾ ਹੈ। ਤੇ ਜੇ ਕੀ ਹੈ, ਲੀਡਰ ਆਫ ਹਾਊਸ ਆ ਜਾਵੇ, ਲੀਡਰ ਆਫ ਹਾਊਸ ਆਵੇ ਤਾਂ ਕੀ ਲਾਉਣਾ ਹੈ? ਪ੍ਰਾਈਮ ਮਿਨਿਸਟਰ ਲਾਉਣਾ ਹੈ, ਪ੍ਰਧਾਨ ਮੰਤਰੀ ਲਾਉਣਾ ਹੈ। ਇਹ ਦੋ ਚੀਜ਼ਾਂ ਯਾਦ ਰੱਖਣੀਆਂ ਹਨ। ਤਾਂ ਕਿ ਲੋਕ ਸਭਾ ਦਾ ਮੈਂਬਰ ਹੁੰਦਾ ਹੈ, ਸਰਕਾਰ ਦਾ ਮੁਖੀਆ ਹੁੰਦਾ ਹੈ। ਉਸ ਤੋਂ ਅੱਗੇ ਦੇਖਿਆ ਜਾਵੇ ਤਾਂ ਅਗਲਾ ਕੁਐਸਚਨ ਕਹਿੰਦਾ ਹੈ ਕਿ ਭਾਰਤ ਵਿੱਚ ਪ੍ਰਧਾਨ ਮੰਤਰੀ ਦਾ ਪਦ ਤਾਂ ਇਸ ਦਾ ਆਨਸਰ ਹੈ ਜੋ ਕੀ ਹੈ, ਪ੍ਰਧਾਨ ਮੰਤਰੀ ਦਾ ਪਦ ਹੈ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ। ਤਾਂ ਇਹ ਯਾਦ ਰੱਖਣਾ। ਸਹੁੰ ਜ਼ਰੂਰ ਕੀ ਹੈ ਉੱਥੇ ਚੁਕਾਉਂਦੇ ਆ, ਕੀ ਹੈ, ਜੇਕਰ ਅਸੀਂ ਗੱਲ ਕਰੀਏ ਰਾਸ਼ਟਰਪਤੀ ਚੁਕਾਉਂਦਾ ਹੈ ਤਾਂ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਦਾ ਜਸਟਿਸ ਉਹ ਚੁਕਾਉਂਦਾ ਹੈ, ਜੱਜ ਚੁਕਾਉਂਦਾ ਹੈ। ਤਾਂ ਪ੍ਰਧਾਨ ਮੰਤਰੀ ਦਾ ਪਦ ਕੀ ਹੈ, ਇੱਥੇ ਸਿੱਧਾ ਪਤਾ ਲੱਗ ਜਾਣਾ ਚਾਹੀਦਾ, ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ। ਉਸ ਤੋਂ ਅੱਗੇ ਗੱਲ ਕਰੀਏ ਤਾਂ ਅਗਲਾ ਕੁਐਸਚਨ ਕਹਿੰਦਾ ਹੈ ਪ੍ਰਧਾਨ ਮੰਤਰੀ ਆਪਣੇ ਪਦ 'ਤੇ ਰਹਿੰਦਾ ਹੈ ਕਦੋਂ ਤੱਕ? ਤਾਂ ਇਸ ਦਾ ਆਨਸਰ ਹੈ ਜਦੋਂ ਤੱਕ ਉਸ ਨੂੰ ਸੰਸਦ ਦਾ ਵਿਸ਼ਵਾਸ ਮਤ ਪ੍ਰਾਪਤ ਹੋਵੇ। ਤਾਂ ਕੀ ਹੈ, ਰਾਈਟ ਆਨਸਰ ਹੈ। ਮਤਲਬ ਕੀ ਹੈ, ਜੇਕਰ ਸੰਸਦ ਦੇ ਵਿੱਚ ਉਸ ਨੂੰ ਵਿਸ਼ਵਾਸ ਮਤ ਪ੍ਰਾਪਤ ਹੈ ਤਾਂ ਕੀ ਹੈ, ਉਹ ਆਪਦੇ ਪਦ 'ਤੇ ਰਹਿ ਸਕਦਾ ਹੈ। ਤਾਂ ਪ੍ਰਧਾਨ ਮੰਤਰੀ ਆਪਣੇ ਪਦ 'ਤੇ ਰਹਿੰਦਾ ਹੈ ਜਦੋਂ ਤੱਕ ਉਸ ਨੂੰ ਸੰਸਦ ਦਾ ਵਿਸ਼ਵਾਸ ਪ੍ਰਾਪਤ ਹੋਵੇ। ਤਾਂ ਨਹੀਂ ਤਾਂ ਸਰਕਾਰ ਡਿੱਗ ਪੈਂਦੀ ਹੈ। 5 ਸਾਲ ਦਾ ਕਾਰਜਕਾਲ ਜ਼ਰੂਰ ਹੁੰਦਾ ਹੈ, ਬਟ ਸਰਕਾਰ ਕੀ ਹੈ, ਜ਼ਰੂਰੀ ਨਹੀਂ 5 ਸਾਲ ਹੀ ਕੱਟੇ। ਅਟਲ ਬਿਹਾਰੀ ਵਾਜਪਾਈ ਜੀ 13 ਦਿਨ ਦੀ ਸਰਕਾਰ ਬਣਾ ਕੇ ਗਏ ਹਨ। ਤਾਂ ਯਾਦ ਰੱਖਣਾ 13 ਦਿਨ ਦੀ ਸਰਕਾਰ ਅਟਲ ਬਿਹਾਰੀ ਵਾਜਪਾਈ ਦੀ ਰਹੀ ਹੈ। ਅਤੇ ਐਮਰਜੈਂਸੀ ਟਾਈਮ ਮਤਲਬ ਕੀ ਹੈ, 1 ਸਾਲ ਕੀ ਹੈ ਇਸ ਦਾ
ਟੈਨਿਊਰ ਵੱਧ ਜਾਂਦਾ ਹੈ, 6 ਸਾਲ ਦੀ ਹੋ ਜਾਂਦੀ ਹੈ। ਯਾਦ ਰੱਖਣਾ ਹੈ 1 ਸਾਲ ਕੀ ਹੈ ਟਾਈਮ ਵੱਧ ਜਾਂਦਾ ਹੈ। ਅਗਲਾ ਕੁਐਸਚਨ ਹੈ ਆਮ ਤੌਰ ਤੇ ਪ੍ਰਧਾਨ ਮੰਤਰੀ ਤਾਂ ਆਮ ਤੌਰ ਤੇ ਪ੍ਰਧਾਨ ਮੰਤਰੀ ਜੋ ਹੁੰਦਾ ਹੈ ਉਹ ਲੋਕ ਸਭਾ ਦਾ ਇੱਕ ਮੈਂਬਰ ਹੁੰਦਾ ਹੈ, ਕਿਉਂਕਿ ਸਾਨੂੰ ਪਤਾ ਹੈ ਜਿਹੜਾ ਲੋਕ ਸਭਾ ਹੈ ਇਸ ਦੇ ਵਿੱਚ ਕੀ ਹੈ ਲੋਕ ਵੋਟ ਪਾ ਸਕਦੇ ਹਨ, ਉਹ ਕੀ ਹੈ MP ਜਿਤਾਉਂਦੇ ਹਨ। ਤਾਂ ਕੀ ਹੈ ਲੋਕ ਸਭਾ ਦਾ ਇੱਕ ਮੈਂਬਰ ਹੁੰਦਾ ਹੈ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੋ ਤਰ੍ਹਾਂ ਦੀਆਂ ਡਾਇਰੈਕਟ ਤੇ ਇਨਡਾਇਰੈਕਟ ਵੋਟ ਪੈਂਦੀਆਂ ਹਨ। ਤਾਂ ਡਾਇਰੈਕਟ ਦੇ ਵਿੱਚ ਕੀ ਹੈ ਇਹ ਆਉਂਦਾ ਹੈ ਲੋਕ ਸਭਾ ਦੀਆਂ ਵੋਟਾਂ ਡਾਇਰੈਕਟ 'ਚ ਆਉਂਦੀਆਂ ਹਨ। ਤੁਸੀਂ ਕੀ ਆ ਆਪਦੇ ਮਨਪਸੰਦ ਦਾ ਪ੍ਰਧਾਨ ਮੰਤਰੀ ਚੁਣ ਸਕਦੇ ਹੋ, ਤਾਂ ਇਹ ਤੁਹਾਡੇ ਹੱਥ 'ਚ ਹੈ ਜੀ। ਨੈਕਸਟ ਗੱਲ ਕਰੀਏ ਤਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੋਣ ਦਾ ਮਾਣ ਕਿਸ ਨੂੰ ਪ੍ਰਾਪਤ ਹੈ? ਤਾਂ ਇਸ ਦਾ ਆਨਸਰ ਹੈ ਜੀ ਜਵਾਹਰ ਲਾਲ ਨਹਿਰੂ ਜੀ, ਕਿਉਂਕਿ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਹੋਏ ਹਨ, ਬਹੁਤ ਵਾਰ ਆਇਆ ਹੈ। ਜੇਕਰ ਇੰਦਰਾ ਗਾਂਧੀ ਦੀ ਗੱਲ ਕਰੀਏ ਤਾਂ ਇਹ ਕੀ ਹੈ ਫੀਮੇਲ ਕੈਟਾਗਰੀ ਦੇ ਵਿੱਚ ਕੀ ਹੈ ਪਹਿਲੀ ਪ੍ਰਧਾਨ ਮੰਤਰੀ ਹੋਈ ਹੈ, ਯਾਦ ਰੱਖਣਾ ਹੈ ਇਹ ਇੰਦਰਾ ਗਾਂਧੀ। ਲਾਲ ਬਹਾਦਰ ਸ਼ਾਸਤਰੀ ਜੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਕਿਹਾ ਹੈ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ। ਲਾਲ ਬਹਾਦਰ ਸ਼ਾਸਤਰੀ ਜੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ। ਨੈਕਸਟ ਕੁਐਸਚਨ ਦੀ ਗੱਲ ਕਰੀਏ ਜੋ ਕਿ ਲਾਸਟ ਕੁਐਸਚਨ ਹੈ, ਅਤੇ ਇਸ ਕੁਐਸਚਨ ਤੋਂ ਬਾਅਦ ਤੁਸੀਂ ਦੱਸਣਾ ਹੈ ਕਿ ਤੁਹਾਡੇ ਮਾਰਕਸ ਕਿੰਨੇ ਬਣੇ ਹਨ। ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਧਾਨ ਮੰਤਰੀ ਆਪਣੇ ਕਾਰਜਕਾਲ ਦੌਰਾਨ ਸੰਸਦ ਵਿੱਚ ਕਦੇ ਵੀ ਉਪਸਥਿਤ ਨਹੀਂ ਹੋਇਆ? ਬਹੁਤ ਇੰਪੋਰਟੈਂਟ ਕੁਐਸਚਨ ਹੈ। ਤਾਂ ਦੇਖੋ ਇਸ ਦਾ ਆਨਸਰ ਹੈ ਜੋ ਰਾਈਟ ਆਨਸਰ ਹੈ ਚੌਧਰੀ ਚਰਨ ਸਿੰਘ। ਹੁਣ ਤੁਸੀਂ ਕੀ ਹੈ ਇਸ ਨੂੰ ਯਾਦ ਰੱਖਣਾ ਹੈ ਕਿਹੜਾ ਪ੍ਰਧਾਨ ਮੰਤਰੀ ਆਪਣੇ ਕਾਰਜਕਾਲ ਦੌਰਾਨ ਸੰਸਦ ਵਿੱਚ ਕਦੇ ਉਪਸਥਿਤ ਨਹੀਂ ਹੋਇਆ। ਤਾਂ ਜਿਹੜੇ ਨੇ ਕਦੇ ਚਰਨ ਨਹੀਂ ਪਾਏ ਉਹ ਕੀ ਹੈ ਉਸਦਾ ਨਾਮ ਚੌਧਰੀ ਚਰਨ ਸਿੰਘ ਹੈ। ਤਾਂ ਇਹ ਯਾਦ ਰੱਖਣਾ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ UPSC ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕੁਐਸਚਨ, ਬੜਾ ਇੰਪੋਰਟੈਂਟ ਕੁਐਸਚਨ ਹੈ ਇਹ। ਤਾਂ ਦੋਸਤੋ 20 ਤੱਕ ਕੁਐਸਚਨ ਹੋਏ ਹਨ, ਤੁਹਾਡੇ ਕਿੰਨੇ ਸਹੀ ਹੋਏ ਹਨ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ, ਤਾਂ ਜੋ ਤੁਹਾਨੂੰ ਕੀ ਹੈ ਮੈਨੂੰ ਵੀ ਇਹ ਪਤਾ ਲੱਗ ਸਕੇ ਤੁਹਾਡੀ ਤਿਆਰੀ ਕਿੰਨੀ ਕੁ ਹੈ ਅਗਲੇ ਪੇਪਰ ਦੇ ਲਈ। ਸੋ ਸਤਿ ਸ਼੍ਰੀ ਅਕਾਲ ਜੀ।